Hello students. Today we are going to discuss about the Hassan's attendance problem written by Sudha Murthy. So let's start with the writer. Mrs. Sudha Murthy is a teacher, social worker and a philanthropist. ਜੋ ਸੁਧਾ ਮੂਰਤੀ ਜੀ ਨੇ ਰਾਈਟਰ ਨੇ ਉਹ ਕੀ ਨੇ ਇੱਕ ਟੀਚਰ ਨੇ ਸਮਾਜ ਸੇਵਿਕਾ ਨੇ ਤੇ ਦਾਨ ਪੁੰਨ ਕਰਨ ਵਾਲੇ ਨੇ ਹਰ ਵਰਕ ਸਪੀਕਸ ਮੋਰ ਦੈਨ ਐਨੀ ਵਰਡਸ ਵਿਲ ਉਹਨਾਂ ਦਾ ਜੋ ਕੰਮ ਹੈ ਉਹ ਮੂੰਹੋਂ ਬੋਲਦਾ ਹੈ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸ਼ੀ ਇਜ਼ ਅ ਸਪਾਊਸ ਆਫ ਹਿਊਮਲ ਮਿਸਟਰ ਨਾਰਾਇਣ ਮੂਰਤੀ ਦ ਫਾਊਂਡਰ ਆਫ ਇਨਫੋਸਿਸ ਇਨਫੋਸਿਸ ਕੰਪਨੀ ਦੇ ਜੋ ਫਾਊਂਡਰ ਨੇ ਨਾਰਾਇਣ ਮੂਰਤੀ ਉਹਨਾਂ ਦੇ ਉਹ ਮਿਸਿਸ ਨੇ her contribution towards family, company, and the world is immense. Her humbleness reflects in her writing. ਉਹਨਾਂ ਦੀਆਂ ਜੋ ਰਾਈਟਿੰਗਸ ਨੇ ਜੋ ਉਹਨਾਂ ਦੀਆਂ ਸਟੋਰੀਜ਼ ਉਹ ਲਿਖਦੇ ਆ ਜਾਂ ਜੋ ਵੀ ਉਹਨਾਂ ਦੀ ਰਚਨਾਵਾਂ ਨੇ ਉਹਨਾਂ ਦੇ ਵਿੱਚ ਜੋ ਉਹਨਾਂ ਦੀ ਹਿਊਮਬਲਨੈਸ ਹੈ ਉਹ ਝਲਕਦੀ ਹੈ Hassan's attendance problem describes the consequences of not taking things seriously and not working for the sake of knowledge. Only working for marks or money will lead one nowhere. She explains it with quintessential example of her student Hassan, who used to bunk a lot of her class. ਇਹਦੇ ਵਿੱਚ ਉਹ ਦੱਸ ਰਹੀ ਹੈ ਕਿ ਉਹ ਇਹ ਦੱਸਣਾ ਚਾਹੁੰਦੀ ਹੈ ਇਹਦੇ ਵਿੱਚ ਕਿ ਜਦੋਂ ਵੀ ਅਸੀਂ ਕੁਝ ਐਗਜ਼ਾਮਪਲਸ ਉਹਨਾਂ ਨੇ ਇੱਦਾਂ ਦੀਆਂ ਲਈਆਂ ਕਿ ਕੁਝ ਪਰਸਨਸ ਨੂੰ ਡਿਸਕ੍ਰਾਈਬ ਕੀਤਾ ਇਹਦੇ ਵਿੱਚ ਕਿ ਜਦੋਂ ਅਸੀਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਜਾਂ ਅਸੀਂ ਨੌਲੇਜ ਗੇਨ ਨਹੀਂ ਕਰਦੇ ਆਪਣੇ ਕੰਮ ਤੋਂ ਤਾਂ ਉਹ ਸਾਨੂੰ ਉਹ ਜਿਹੜਾ ਕੰਮ ਅਸੀਂ ਸਿਰਫ ਜਾਂ ਤਾਂ ਮਾਰਕਸ ਲਈ ਜੇ ਸਟੂਡੈਂਟਸ ਆ ਤਾਂ ਅਸੀਂ ਉਹ ਮਾਰਕਸ ਦੇ ਲਈ ਉਹ ਕੰਮ ਕਰ ਰਹੇ ਹਾਂ ਅਤੇ ਜੇ ਅਸੀਂ ਅਰਨਿੰਗ ਦੇ ਵਿੱਚ ਆ ਤਾਂ ਸਿਰਫ ਅਸੀਂ ਮਨੀ ਲਈ ਕੰਮ ਕਰ ਰਹੇ ਹਾਂ ਤਾਂ ਦੈਟ ਵਿਲ ਲੀਡ ਵਨ ਨੋਵੇਅਰ ਉਹ ਸਾਨੂੰ ਕਿਤੇ ਦਾ ਨਹੀਂ ਰਹਿਣ ਦਿੰਦਾ ਸ਼ੀ ਐਕਸਪਲੇਨਸ ਇਟ ਵਿਦ ਕੁਆਂਟੇਸ਼ੀਅਲ ਮੀਨਸ ਕਿ ਇੱਕ ਪਰਫੈਕਟ ਐਗਜ਼ਾਮਪਲ ਦੇ ਨਾਲ ਸਮਝਾਇਆ ਹੈ ਉਹ ਪਰਫੈਕਟ ਐਗਜ਼ਾਮਪਲ ਕੌਣ ਹੈ ਉਹਨਾਂ ਦਾ ਆਪਣਾ ਹੀ ਇੱਕ ਸਟੂਡੈਂਟ ਹਸਨ ਜੋ ਕਿ ਕਲਾਸਿਸ ਬਹੁਤ ਮਿਸ ਕਰਦਾ ਸੀ ਸੋ ਲੈਟਸ ਸਟਾਰਟ ਦ ਚੈਪਟਰ ਫॉर many years now I have been teaching computer science to students studying for their masters in computer applications at a college in Bangalore ਦੇ ਵਿੱਚ ਜੋ ਕੰਪਿਊਟਰ ਐਪਲੀਕੇਸ਼ਨਸ ਦੀਆਂ ਮਾਸਟਰਸ ਲੈ ਰਹੇ ਨੇ ਉਹਨਾਂ ਬੱਚਿਆਂ ਨੂੰ ਕੰਪਿਊਟਰ ਸਾਇੰਸ ਪੜ੍ਹਾ ਰਹੇ ਨੇ ਸੁਧਾ ਮੂਰਤੀ ਜੀ ਆਈ ਹੈਵ ਇੰਟਰੈਕਟਡ ਵਿਦ ਮੈਨੀ ਸਟੂਡੈਂਟਸ ਐਂਡ ਥੋ ਇਟ ਇਜ਼ ਨਾਟ ਪੋਸੀਬਲ ਟੂ ਰਿਮੈਂਬਰ ਆਲ ਆਫ ਦੈਮ ਨਾਓ ਬਹੁਤ ਸਾਰੇ ਜਿੱਦਾਂ ਟੀਚਰਸ ਵੈਸੇ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਦੇ ਆ ਹੈ ਨਾ ਤਾਂ ਇਹ ਵੀ ਕਹਿੰਦੇ ਮੈਂ ਬਹੁਤ ਸਾਰੇ ਸਟੂਡੈਂਟਸ ਨਾਲ ਇੰਟਰੈਕਟ ਕੀਤਾ ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਉਹ ਹੁਣ ਉਹਨੂੰ ਯਾਦ ਨਹੀਂ ਹੈ ਹਾਂ ਕੁਝ ਕੁ ਜੋ ਮੈਮਰੀਜ਼ ਦੇ ਵਿੱਚ ਹੈ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਹੈ ਉਹ ਯਾਦ ਨੇ This is not because they were all brilliant, but rather because something in them was very different from the others. ਇਸ ਲਈ ਨਹੀਂ ਕਿ ਉਹ ਸਾਰੇ ਬਹੁਤ ਹੁਸ਼ਿਆਰ ਸੀ ਪਰ ਕਿਉਂਕਿ ਉਹ ਦੂਜਿਆਂ ਨਾਲੋਂ ਥੋੜ੍ਹੇ ਜਿਹੇ ਅਲੱਗ ਸੀ In my first batch, there was a very bright boy called Hassan. ਕੁਝ ਤਾਂ ਫਸਟ ਬੈਚ ਕਰਕੇ ਯਾਦ ਸੀ ਕੁਝ ਇਹ ਹਸਨ ਥੋੜ੍ਹਾ ਜਿਹਾ ਦੂਸਰਿਆਂ ਤੋਂ ਡਿਫਰੈਂਟ ਸੀ ਆਪਾਂ ਦੇਖਦੇ ਹਾਂ ਕਿਵੇਂ He was tall, handsome, with a very good memory. He came from an influent family, ਥੋੜੀ ਰਿਚ ਫੈਮਿਲੀ ਤੋਂ ਉਹ ਆਇਆ ਹੋਇਆ ਸੀ where he was the only son ਔਰ ਕੱਲਾ ਬੇਟਾ ਸੀ initially I did not come to know of his existence at all mainly because he was hardly ever present ਕਹਿੰਦੇ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਕੋਈ ਐਵੇਂ ਦਾ ਕੋਈ ਹਸਨ ਨਾਮ ਦਾ ਬੱਚਾ ਵੀ ਹੈਗਾ ਕਿਉਂਕਿ ਉਹ ਕਲਾਸ ਦੇ ਵਿੱਚ ਬਹੁਤ ਘੱਟ ਆਉਂਦਾ ਸੀ I normally take the first class of the day which is scheduled at 9 AM ਮੇਰੀ ਮੋਸਟਲੀ ਫਸਟ ਕਲਾਸ ਹੁੰਦੀ ਸੀ 9 ਵਜੇ or the one after that at 10 AM. I prefer this time as this is when students are fresh and very attentive. मैं इस टाइम ही क्लास ਲੈਂਦੀ ਸੀ ਕਿਉਂਕਿ ਸਵੇਰ ਸਵੇਰ ਜੋ ਬੱਚੇ ਆ ਉਹ ਫਰੈਸ਼ ਹੁੰਦੇ ਆ ਔਰ ਆਪਣਾ ਜੋ ਲੈਕਚਰ ਆ ਬੜੀ ਅਟੈਂਸ਼ਨ ਨਾਲ ਸੁਣਦੇ ਆ once in a while Hassan would turn up particularly if there was a class test or during examinations ਬਸ ਉਹ ਕਦੋਂ ਪ੍ਰਗਟ ਹੁੰਦਾ ਸੀ ਜਦੋਂ ਕੋਈ ਕਲਾਸ ਟੈਸਟ ਹੁੰਦਾ ਸੀ ਜਾਂ ਫਿਰ ਐਗਜ਼ਾਮਸ ਆਉਂਦੇ ਸੀ I met him more often for attendance shortage meetings. Mostly ਉਹਦੀ attendance ਹਰ ਵਾਰੀ ਉਹਦੀ attendance short ਹੁੰਦੀ ਸੀ ਔਰ ਉਹਨਾਂ attendance shortage meetings ਦੇ ਵਿੱਚ ਹੀ ਉਹ ਮੈਨੂੰ ਮਿਲਦਾ ਸੀ He would beg for attendance in such a manner that it was very difficult for me to say no. ਉਹ ਇਸ ਤਰੀਕੇ ਨਾਲ ਅਟੈਂਡੈਂਸ ਦੀ ਮੰਗ ਕਰਦਾ ਸੀ ਮਤਲਬ ਬੈਗ ਕਰਦਾ ਸੀ ਹੈ ਨਾ ਅਟੈਂਡੈਂਸ ਦੇ ਲਈ ਇਸ ਤਰ੍ਹਾਂ ਉਹ ਪੂਰੀ ਕਰਨ ਲਈ ਕਹਿੰਦਾ ਸੀ ਅਟੈਂਡੈਂਸ ਨੂੰ ਕਿ ਮੇਰੇ ਤੋਂ ਨੋ ਨਹੀਂ ਕਿਹਾ ਜਾਂਦਾ ਸੀ ਸਮਟਾਈਮਸ ਆਈ ਵੁੱਡ ਗੈਟ ਅਪਸੈਟ ਐਂਡ ਟੈਲ ਹਿਮ ਨੋ ਆਈ ਕਾਂਟ ਗਿਵ ਯੂ ਅਟੈਂਡੈਂਸ ਦੇਰ ਸ਼ੁੱਡ ਬੀ ਡਿਸਿਪਲਿਨ
ਕਈ ਵਾਰ ਟੀਚਰ ਇਰੀਟੇਟ ਹੋ ਜਾਂਦੇ ਆ, ਤਾਂ ਸੁਧਾ ਮੂਰਤੀ ਜੀ ਵੀ ਅਪਸੈਟ ਹੋ ਜਾਂਦੇ ਸੀ ਔਰ ਉਹਨੂੰ ਕਹਿੰਦੇ ਸੀ ਕਿ ਨਹੀਂ, ਮੈਂ ਤੇਰੀ ਅਟੈਂਡੈਂਸ ਪੂਰੀ ਨਹੀਂ ਕਰੂੰਗੀ। ਯੈਸ ਮੈਮ, ਹੀ ਵੁਡ ਰਿਪਲਾਈ apologetically, pardon me, from the next semester onwards I will definitely attend your class। ਓਕੇ ਮੈਮ, ਉਹ ਮਤਲਬ ਫਿਰ ਉਹ ਇੱਕ ਅਪੋਲੋਜਾਈਜ਼ ਕਰਦਾ ਸੀ ਹੈ ਨਾ ਉਹਨਾਂ ਨੂੰ, ਕਿ ਮੈਂ ਪਲੀਜ਼ ਮੈਨੂੰ ਮਾफ़ ਕਰ ਦਿਓ, ਮੈਂ ਅਗਲੇ ਸਮੈਸਟਰ ਤੋਂ ਪੂਰੀ ਕਲਾਸ ਹੈ ਜੋ ਅਟੈਂਡ ਕਰਾਂਗਾ। ਕੈਨ ਯੂ ਨਾਟ ਪਾਰਡਨ ਮੀ ਦਿਸ ਟਾਈਮ, ਪਲੀਜ਼ ਤੁਸੀਂ ਮੈਨੂੰ ਇਸ ਟਾਈਮ ਲਈ ਕੀ ਮਾफ़ ਨਹੀਂ ਕਰ ਸਕਦੇ। To error is human, to forgive is divine, you have only taught us this, ਕਿ ਤੁਸੀਂ ਹੀ ਤਾਂ ਸਾਨੂੰ ਸਿਖਾਉਂਦੇ ਹੋ ਕਿ ਜੋ ਮਨੁੱਖ ਹੈ ਉਹ ਗਲਤੀਆਂ ਦਾ ਪੁਤਲਾ ਹੈ ਅਤੇ ਮਾफ़ ਕਰਨਾ ਬੜੇ ਪੁੰਨ ਦਾ ਕੰਮ ਹੈ ਇਹ ਉਹ, ਮਤਲਬ ਇੱਦਾਂ ਉਹਨਾਂ ਨੂੰ ਗੱਲਾਂ 'ਚ ਲੈ ਕੇ ਉਹਦਾ ਟਾਰਗੇਟ ਕੀ ਸੀ, ਸਿਰਫ ਆਪਣੀ ਅਟੈਂਡੈਂਸ ਪੂਰੀ ਕਰਵਾਉਣਾ। ਆਈ ਕੁਡ ਨਾਟ ਰਿਮੇਨ ਐਂਗਰੀ ਫॉर ਲੌਂਗ। ਸੁਧਾ ਮੂਰਤੀ ਜੀ ਕਹਿੰਦੇ ਵੀ ਮੈਂ ਜ਼ਿਆਦਾ ਦੇਰ ਜੋ ਨਾਰਾਜ਼ ਹੈ ਉਹ ਨਹੀਂ ਰਹਿ ਸਕਦੀ ਸੀ। ਟੀਚਰਸ ਡੂ ਗੈਟ ਅਪਸੈਟ ਵਿਦ ਸਟੂਡੈਂਟਸ ਹੂ ਆਰ ਨਾਟ ਰੈਗੂਲਰ। ਅਕਸਰ ਹੀ ਟੀਚਰਸ ਉਹਨਾਂ ਬੱਚਿਆਂ ਦੇ ਨਾਲ ਅਪਸੈਟ ਹੋ ਜਾਂਦੇ ਆ ਜਿਹੜੇ ਰੈਗੂਲਰ ਨਹੀਂ ਹੁੰਦੇ। ਬਟ ਇਫ ਦ ਅਟੈਂਡੈਂਸ ਸ਼ਾਰਟੇਜ ਅਫੈਕਟਸ ਦੇਅਰ ਅਪੀਅਰੈਂਸ ਇਨ ਦ ਫਾਈਨਲ ਐਗਜ਼ਾਮੀਨੇਸ਼ਨ, one tends to melt like snow against the sun. A good teacher will always wish for the best for her student, so I do agree discipline is very important too। ਮਤਲਬ ਉਹ ਕਹਿੰਦੇ ਕਿ ਗੱਲ ਸਿਰਫ ਅਟੈਂਡੈਂਸ ਦੀ ਨਹੀਂ ਹੈ, ਜੇ ਤੁਸੀਂ ਕਲਾਸਿਸ ਅਟੈਂਡ ਨਹੀਂ ਕਰ ਰਹੇ ਹੋ ਪ੍ਰੋਪਰ ਤਾਂ ਉਹ ਤੁਹਾਡੇ ਐਗਜ਼ਾਮੀਨੇਸ਼ਨਸ ਨੂੰ ਵੀ ਅਫੈਕਟ ਕਰ ਰਹੀਆਂ, ਤਾਂ ਫਿਰ ਸਾਨੂੰ ਮਤਲਬ ਸਾਨੂੰ ਝੁਕਣਾ ਪੈਂਦਾ ਹੈ। ਐਜ਼ ਹੀ ਵਾਜ਼ ਵੈਰੀ ਬ੍ਰਾਈਟ, Hassan would invariably get a first class in the exam। However, before the exam started, every semester this drama with Hassan would be repeated। ਹਰ ਵਾਰ ਉਹ ਸੇਮ ਹੀ ਡਰਾਮਾ ਕਰਦਾ ਸੀ। I would get upset, threatened and ultimately given। ਮਤਲਬ ਫਿਰ ਵੀ ਮੈਂ ਵਾਪਸ ਉਹਨੂੰ ਅਟੈਂਡੈਂਸ ਦੇ ਦਿੰਦੀ ਸੀ। Each time Hassan would promise to improve his attendance record। ਹਰ ਵਾਰ ਉਹ ਆਪਣੀ ਅਟੈਂਡੈਂਸ ਰਿਕਾਰਡ ਪੂਰਾ ਕਰਨ ਦਾ ਪ੍ਰੋਮਿਸ ਕਰਦਾ ਸੀ, ਇੰਪਰੂਵ ਕਰਨ ਦਾ ਪ੍ਰੋਮਿਸ ਕਰਦਾ ਸੀ। ਐਂਡ ਫॉर 1 ਵੀਕ ਵੁੱਡ ਅਟੈਂਡ ਆਲ ਕਲਾਸਿਸ, ਇੱਕ ਹਫ਼ਤਾ ਕਲਾਸਿਸ ਲਗਾਉਂਦਾ ਸੀ। ਐਂਡ ਦੈਨ ਦ ਸੇਮ ਓਲਡ ਸਟੋਰੀ ਵੁੱਡ ਫੋਲੋ। ਫਿਰ ਉਹ ਦੁਬਾਰਾ ਫਿਰ ਉਹੀ ਪੁਰਾਣੀ ਸਟੋਰੀਜ਼ ਨੂੰ ਹੀ ਫੋਲੋ ਕਰਨ ਲੱਗ ਜਾਂਦਾ ਸੀ। ਈਚ ਟਾਈਮ ਹੀ ਹੈਡ ਅ ਡਿਫਰੈਂਟ ਰੀਜ਼ਨ ਫॉर ਹਿਜ਼ ਐਬਸੈਂਸਿਸ। ਅਨਫੋਰਚੂਨੇਟਲੀ ਦੇ ਆਲਵੇਜ਼ ਸੀਮਸ ਜੈਨੂਇਨ ਟੂ ਮੀ। ਹਰ ਵਾਰ ਉਹਦੇ ਕੋਲ ਆਪਣੀਆਂ ਗੈਰ ਹਾਜ਼ਰੀਆਂ ਦਾ ਇੱਕ ਵੱਖਰਾ ਹੀ ਰੀਜ਼ਨ ਹੁੰਦਾ ਸੀ, ਪਰ ਹਰ ਵਾਰ ਕੀ ਹੁੰਦਾ ਸੀ ਕਿ ਉਹ ਮੈਨੂੰ ਰੀਅਲ ਹੀ ਲੱਗਦਾ ਸੀ। ਵੰਸ ਆਈ ਗॉट ਟਾਇਰਡ ਆਫ ਹਿਜ਼ ਸਟੋਰੀਜ਼ ਐਂਡ ਕਾਲਡ ਹਿਜ਼ ਪੇਰੈਂਟਸ। ਹੁਣ ਇੱਕ ਵਾਰ ਮੈਂ ਥੱਕ ਗਈ ਔਰ ਉਹਦੀਆਂ ਸਟੋਰੀਜ਼ ਤੋਂ ਥੱਕ ਗਈ ਔਰ ਉਹਦੇ ਪੇਰੈਂਟਸ ਨੂੰ ਬੁਲਾ ਲਿਆ। ਯੂਰ ਸਨ ਇਜ਼ ਅ ਬ੍ਰਾਈਟ ਬॉय, ਹੀ ਇਜ਼ ਨਾਟ ਐਰੋਗੈਂਟ ਬਟ ਹੀ ਇਜ਼ ਇਨਡਿਸਿਪਲਿਨਡ। If only he came to class regularly and attended the lab, I'm sure he can get a rank। ਸੁਧਾ ਮੂਰਤੀ ਜੀ ਨੇ ਉਹਦੇ ਪੇਰੈਂਟਸ ਨੂੰ ਕਿਹਾ ਕਿ ਜੇ ਉਹ ਸਿਰਫ ਕਲਾਸ ਦੇ ਵਿੱਚ ਰੈਗੂਲਰ ਆਵੇ ਅਤੇ ਆਪਣੇ ਲੈਬ ਦਾ, ਕਿਉਂਕਿ ਕੰਪਿਊਟਰ ਸਾਇੰਸ ਟੀਚ ਕਰਦੇ ਸੀ, ਲੈਂਗੁਏਜਸ ਟੀਚ ਕਰਦੇ ਸੀ, ਤਾਂ ਲੈਬ ਦੇ ਵਿੱਚ ਹੀ ਜੇ ਉਹ ਲੈਬ ਅਟੈਂਡ ਕਰੇ ਤਾਂ ਉਹ ਸ਼ਿਓਰ ਹੈ ਕਿ ਉਹ ਕੋਈ ਨਾ ਕੋਈ ਰੈਂਕ ਲੈ ਸਕਦਾ ਹੈ। ਆਈ ਹੈਵ ਫੇਲਡ ਟੂ ਕਨਵਿੰਸ ਹਿਮ। ਮੈਂ ਉਹਨੂੰ ਸਮਝਾਉਣ 'ਚ ਫੇਲ ਹੋ ਗਈ। ਆਈ ਵਿਲ ਬੀ ਹੈਪੀ ਇਫ ਯੂ ਕੁਡ ਲੁੱਕ ਇਨ ਟੂ ਦ ਮੈਟਰ ਆਫ ਮੋਰ ਸੀਰੀਅਸਲੀ। ਕਹਿੰਦੇ ਮੈਂ ਖੁਸ਼ ਹੋਊਂਗੀ ਜੇ ਤੁਸੀਂ ਇਸ ਮੈਟਰ ਨੂੰ ਥੋੜ੍ਹਾ ਸੀਰੀਅਸਲੀ ਲਓ, ਬਿਕੋਜ਼ ਹੀ ਇਜ਼ ਗੋਇੰਗ ਟੂ ਅਫੈਕਟ ਹਿਜ਼ ਲਾਈਫ। ਵੀ ਉਹ ਆਪਣੀ ਲਾਈਫ ਅਫੈਕਟ ਕਰ ਲੇਗਾ, ਮਤਲਬ ਉਹਦਾ ਨੁਕਸਾਨ ਹੋਏਗਾ ਜੇ ਉਹਨੇ ਪ੍ਰੋਪਰ ਕਲਾਸਿਸ ਅਟੈਂਡ ਉਹ ਨਹੀਂ ਕਰ ਰਿਹਾ ਤਾਂ। Hassan's father was a busy man and did not take any words very seriously। ਹਸਨ ਦੇ ਫਾਦਰ ਇੱਕ ਕਾਫੀ ਬਿਜ਼ੀ ਸੀ ਮੈਨ, ਔਰ ਉਹਨਾਂ ਨੇ ਜੋ ਮੈਮ ਦੀਆਂ ਗੱਲਾਂ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ। ਹੀ ਸੈਡ ਐਜ਼ ਲੌਂਗ ਐਜ਼ ਹੀ ਡਜ਼ ਵੈਲ ਦੈਟਸ ਫਾਈਨ ਵਿਦ ਮੀ, ਬਿਕੋਜ਼ ਆਫਟਰ ਅ ਸਰਟਨ ਏਜ ਚਿਲਡਰਨ ਡੂ ਨਾਟ ਲਿਸਨ ਟੂ ਦੇਅਰ ਪੇਰੈਂਟਸ, ਓਨਲੀ ਲਾਈਫ ਵਿਲ ਟੀਚ ਦੈਮ। ਤਾਂ ਉਹਨੇ ਇਹ ਇੱਕ ਪੇਰੈਂਟਿੰਗ ਕੁਛ ਇੱਦਾਂ ਦੇ ਹੁੰਦੇ ਆ, ਕੁਛ ਇੱਦਾਂ ਦੇ ਪੇਰੈਂਟਸ ਹੁੰਦੇ ਆ। ਹੀ ਸੈਡ ਕਿ ਠੀਕ ਹੈ ਉਹ ਜੋ ਜਿਵੇਂ ਕਰ ਰਿਹਾ ਓਕੇ ਆ, ਕਿਉਂਕਿ ਇੱਕ ਏਜ ਤੋਂ ਬਾਅਦ ਜੋ ਬੱਚੇ ਉਹ ਪੇਰੈਂਟਸ ਦੀ ਗੱਲ ਨਹੀਂ ਸੁਣਦੇ ਤਾਂ ਉਹਨਾਂ ਨੂੰ ਲਾਈਫ ਹੀ ਸਿਖਾਏਗੀ। ਬਟ ਹਿਜ਼ ਮਦਰ ਵਾਜ਼ ਇਨ ਟੀਅਰਸ, ਪਰ ਉਹਦੀ ਮਦਰ ਤਾਂ ਰੋ ਰਹੀ ਸੀ। ਮੈਡਮ ਆਈ ਹੈਵ ਫੇਲਡ ਐਜ਼ ਅ ਮਦਰ, ਮੈਂ ਐਜ਼ ਅ ਮਦਰ ਫੇਲ ਹੋ ਗਈ। ਹੀ ਡਜ਼ ਨਾਟ ਲਿਸਨ ਟੂ ਮੀ ਐਟ ਆਲ, ਉਹ ਮੈਨੂੰ ਬਿਲਕੁਲ ਨਹੀਂ ਸੁਣਦਾ। ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ, ਸਾਰੀ ਰਾਤ ਉਹ ਮਿਊਜ਼ਿਕ ਸੁਣਦਾ, ਚੈਟ ਕਰਦਾ ਫਰੈਂਡਸ ਦੇ ਨਾਲ। ਹੀ ਸਲੀਪਸ ਐਟ 6 in the morning, ਉਹ ਸਵੇਰੇ 6 ਵਜੇ ਸੌਂਦਾ। ਹਾਊ ਕੈਨ ਹੀ ਕਮ ਟੂ ਐਨੀ ਕਲਾਸ? He does not pay any attention to what I say and tells me I repeat the same thing always। ਉਹ ਬਿਲਕੁਲ ਜੋ ਮੈਂ ਉਹਨੂੰ ਕਹਿੰਦੀ ਹਾਂ ਉਹ ਨਹੀਂ ਉਹ ਉਹਦੇ ਵੱਲ ਧਿਆਨ ਦਿੰਦਾ, ਔਰ ਨਾ ਹੀ ਉਹ ਕੋਈ ਕਲਾਸਿਸ ਹੈ ਜਿਹੜੀ ਉਹ ਕਿਵੇਂ ਕਲਾਸ 'ਚ ਆ ਸਕਦਾ। ਜਦੋਂ ਸਵੇਰੇ 6 ਵਜੇ ਸੌਏਗਾ ਤਾਂ ਉਹ 9 ਵਜੇ ਕਿਵੇਂ ਕਲਾਸ ਅਟੈਂਡ ਕਰ ਸਕਦਾ।
ਦ ਮੀਟਿੰਗ ਐਂਡਡ ਇਨ ਅ ਆਰਗੂਮੈਂਟ ਬਿਟਵੀਨ ਹਿਜ਼ ਪੇਰੈਂਟਸ। ਹੁਣ ਜਿਸ ਸੁਧਾ ਮੂਰਤੀ ਨੇ ਜਿਸ ਦੇ ਲਈ ਉਹਦੇ ਪੇਰੈਂਟਸ ਨੂੰ ਬੁਲਾਇਆ ਸੀ, ਉਹ ਜੋ ਮੀਟਿੰਗ ਹੈ ਉਹ ਤਾਂ ਆਰਗੂਮੈਂਟਸ ਦੇ ਵਿੱਚ ਹੀ ਖਤਮ ਹੋ ਗਈ, ਕਿਉਂਕਿ ਉਹਦਾ ਫਾਦਰ ਮਦਰ ਨੂੰ ਬਲੇਮ ਕਰਨ ਲੱਗ ਗਿਆ ਕਿ ਯੂ ਆਰ ਦ ਮਦਰ, ਇਟ ਇਜ਼ ਯੋਰ ਡਿਊਟੀ ਟੂ ਕਰੈਕਟ ਹਿਮ, ਯੂ ਸ਼ੁੱਡ ਸਪੈਂਡ ਮੋਰ ਟਾਈਮ ਵਿਦ ਹਿਮ, ਆਈ ਐਮ ਸੋ ਬਿਜ਼ੀ, ਯੂ ਹੈਵ ਫੇਲਡ। ਉਹ ਮਦਰ ਨੂੰ ਕਹਿਣ ਲੱਗ ਗਿਆ ਵੀ ਤੂੰ ਫੇਲ ਹੋ ਗਈ ਹੈ ਕਿਉਂਕਿ ਤੂੰ ਮਦਰ ਹੈ ਔਰ ਤੇਰੀ ਡਿਊਟੀ ਬਣਦੀ ਹੈ ਉਹਨੂੰ ਠੀਕ ਕਰਨ ਦੀ, ਔਰ ਉਹਦੇ ਨਾਲ ਜ਼ਿਆਦਾ ਟਾਈਮ ਸਪੈਂਡ ਤੈਨੂੰ ਕਰਨਾ ਚਾਹੀਦਾ, ਮੈਂ ਤਾਂ ਬਿਜ਼ੀ ਹਾਂ। ਹਿਜ਼ ਮਦਰ ਸੈਡ ਯੂ ਆਰ ਦ ਫਾਦਰ, ਇਟਸ ਡਿਫਿਕਲਟ ਟੂ ਕੰਟਰੋਲ ਬॉयज़, ਯੂ ਕੈਨ ਸਪੀਕ ਟੂ ਹਿਮ ਮੈਨ ਟੂ ਮੈਨ, ਅਰਨਿੰਗ ਮਨੀ ਇਜ਼ ਨਾਟ ਦ ਓਨਲੀ ਥਿੰਗ ਇਨ ਲਾਈਫ। ਮਦਰ ਫਾਦਰ ਨੂੰ ਕਹਿ ਰਹੀ ਹੈ ਕਿ ਬਈ ਉਹ ਮੇਰੇ ਤਾਂ ਕੰਟਰੋਲ ਤੋਂ ਬਾਹਰ ਹੈ, ਉਹ ਲੜਕਾ ਹੈ ਔਰ ਲੜਕਿਆਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੈ, ਤੁਸੀਂ ਪੈਸੇ ਪਿੱਛੇ ਭੱਜ ਰਹੇ ਹੋ, ਪੈਸਾ ਸਭ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਤੇ ਤੁਹਾਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਆ। ਸੋ ਦਿਸ ਕੰਟੀਨਿਊਡ ਫॉर ਅ ਵਾਈਲ ਐਂਡ ਦ ਮੀਟਿੰਗ ਐਂਡਡ ਫਰੂਟਲੈਸਲੀ। ਤਾਂ ਬਿਨਾਂ ਕਿਸੇ ਕੋਈ ਰਿਜ਼ਲਟ ਤੋਂ ਜੋ ਹੈ ਮੀਟਿੰਗ ਉਹਨਾਂ ਦੀ ਖਤਮ ਹੋ ਗਈ। ਹਸਨ ਕੰਟੀਨਿਊਡ ਇਨ ਹਿਜ਼ ਵੇਜ਼ ਟਿਲ ਹੀ ਪਾਸਡ ਆਊਟ ਆਫ ਹਿਜ਼ ਕੋਰਸ। ਹਸਨ ਇੱਦਾਂ ਹੀ ਕਰਦਾ ਰਿਹਾ ਜਦੋਂ ਤੱਕ ਕਿ ਉਹਦਾ ਕੋਰਸ ਕੰਪਲੀਟ ਨਹੀਂ ਹੋ ਗਿਆ, ਉਹ ਚਲਾ ਨਹੀਂ ਗਿਆ, ਉਹ ਇੱਦਾਂ ਹੀ ਰਿਹਾ, ਮਤਲਬ ਬੰਕ ਹੀ ਕਰਦਾ ਰਿਹਾ ਕਲਾਸਿਸ। ਹੀ ਵਾਜ਼ ਅ ਨਾਈਸ ਬॉय, ਹੀ ਕੇਮ ਐਂਡ ਥੈਂਕਡ ਮੀ। ਹੁਣ ਉਹ ਇਹਦੇ ਕਰੈਕਟਰ ਦੇ ਵਿੱਚ ਦੇਖੋ ਇੱਕ ਚੀਜ਼ ਇਹ ਪਤਾ ਚੱਲ ਰਹੀ ਹੈ, ਇੱਕ ਇੱਥੇ ਰਾਈਟਰ ਨੇ ਇਹ ਚੀਜ਼ ਲਿਖੀ ਹੈ ਕਿ ਉਹ ਨਾਈਸ ਸੀ, ਹੈ ਨਾ, ਨਾਈਸ ਬॉय ਸੀ, ਇਸ ਕਰਕੇ ਹੀ ਉਹ ਆ ਕੇ ਮੈਡਮ ਨੂੰ ਥੈਂਕਸ ਕਹਿ ਕੇ ਗਿਆ। Madam, thank you for teaching me for the last 3 years. Because of your kind heart, I could get all my attendance. I wish all teachers were like you in the college. ਉਹ ਕਹਿੰਦਾ ਜੀ ਤੁਸੀਂ ਮੈਨੂੰ ਪਿਛਲੇ 3 ਸਾਲ ਪੜ੍ਹਾਇਆ, ਥੈਂਕਸ ਉਹਦੇ ਲਈ, ਔਰ ਕਿਉਂਕਿ ਤੁਸੀਂ ਨਾਈਸ ਸੀ ਇਸ ਕਰਕੇ ਮੈਂ ਆਪਣੀ ਅਟੈਂਡੈਂਸ ਜੋ ਹੈ ਉਹ ਲੈ ਪਾਇਆ, ਥੈਂਕਸ ਫॉर ਦੈਟ। ਕਾਸ਼ ਕੇ ਸਾਰੇ ਟੀਚਰਸ ਤੁਹਾਡੀ ਤਰ੍ਹਾਂ ਹੁੰਦੇ। I laughed, God willing, we will meet again. But I did not meet Hassan for a long time and forgot all about him. ਮੈਂ ਉਸ ਤੋਂ ਬਾਅਦ ਹਸਨ ਨੂੰ ਕਦੇ ਨਹੀਂ ਮਿਲੀ ਔਰ ਮੈਂ ਉਹਦੇ ਬਾਰੇ ਭੁੱਲ ਗਈ। ਈਅਰਸ ਪਾਸਡ, ਬਹੁਤ ਸਾਲ ਹੈ ਜੋ ਉਹ ਪਾਸ ਹੋ ਗਏ। I taught my students. Some of them became very good human beings. Some became famous. Some became rich. And some remained ordinary. ਮੈਂ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਇਆ, ਕੁਝ ਬਹੁਤ ਅੱਛੇ ਹਿਊਮਨ ਬੀਇੰਗ ਬਣੇ, ਕੁਝ ਬਹੁਤ ਫੇਮਸ ਵੀ ਹੋ ਗਏ, ਕੁਝ ਰਿਚ ਬਣ ਗਏ, ਕੁਝ ਆਮ ਇਨਸਾਨ ਰਹੇ। As far as I was concerned, they were like my children. ਉਹ ਸਾਰੇ ਮੇਰੇ ਬੱਚਿਆਂ ਵਾਂਗੂ ਸੀ। Some remember me still. ਕੁਝ ਮੈਨੂੰ ਅਜੇ ਵੀ ਯਾਦ ਕਰਦੇ ਆ। ਐਂਡ ਸੈਂਡ ਇਨਵੀਟੇਸ਼ਨਸ ਟੂ ਵੈਡਿੰਗਸ, ਨੇਮਿੰਗ ਸੈਰੇਮਨੀਜ਼, ਹਾਊਸ ਵਾਰਮਿੰਗਸ, ਕੋਈ ਕਿਸੇ ਦੇ ਕੋਈ ਵਿਆਹ ਸ਼ਾਦੀ ਹੈ ਜਾਂ ਕਿਸੇ ਦੇ ਘਰ ਕੋਈ ਨਾਮਕਰਨ ਹੋ ਰਿਹਾ ਹੈ ਜਾਂ ਗ੍ਰਹਿ ਪ੍ਰਵੇਸ਼ ਹੋ ਰਿਹਾ, ਤਾਂ ਉਹ ਇਹਨਾਂ ਸੈਰੇਮਨੀਜ਼ ਦੇ ਵਿੱਚ ਮੈਨੂੰ ਇਨਵਾਈਟ ਕਰਦੇ ਸੀ। if I am in town, I definitely try and attend because for me their immense love is my strength. ਔਰ ਮੈਂ ਵੀ ਪੂਰੀ ਕੋਸ਼ਿਸ਼ ਕਰਦੀ ਸੀ ਕਿ ਜੇ ਮੈਂ ਸੇਮ ਟਾਊਨ ਦੇ ਵਿੱਚ ਹਾਂ ਤਾਂ ਮੈਂ ਜ਼ਰੂਰ ਅਟੈਂਡ ਕਰਦੀ ਸੀ। One Monday morning, my secretary told me that a person wanting to sell the latest software in high school teaching wanted to meet me. ਤਾਂ ਇੱਕ ਦਿਨ ਸੋਮਵਾਰ ਦੀ ਸਵੇਰ ਕੀ ਹੋਇਆ, ਮੇਰੀ ਸੈਕਟਰੇਟਰੀ ਨੇ ਮੈਨੂੰ ਦੱਸਿਆ ਕਿ ਇੱਕ ਪਰਸਨ ਤੁਹਾਨੂੰ ਮਿਲਣਾ ਚਾਹੁੰਦਾ ਹੈ ਜੋ ਕਿ ਇੱਕ CD ਲੇਟੈਸਟ ਸੋਫਟਵੇਅਰ ਹਾਈ ਸਕੂਲਸ ਦੇ ਵਿੱਚ ਟੀਚ ਕਰਨ ਲਈ ਕੋਈ ਸੋਫਟਵੇਅਰ ਲੈ ਕੇ ਆਇਆ ਔਰ ਉਹ ਵੇਚਣਾ ਚਾਹ ਰਿਹਾ। I was extremely busy and piles of unanswered letters were looking at me accusingly. I had no time to talk to the salesperson. So I told her he can meet someone else. I don't have time. ਤਾਂ ਹੀ ਕੈਨ ਮੇਟ ਸਮਨ ਐਲਸ, ਕਿ ਉਹਨੂੰ ਕਿਸੇ ਹੋਰ ਨਾਲ ਮਿਲਵਾ ਦਿਓ, ਮੇਰੇ ਕੋਲ ਟਾਈਮ ਨਹੀਂ ਹੈ, ਉਹਨਾਂ ਕੋਲ ਬਹੁਤ ਸਾਰਾ ਹੋਰ ਕੰਮ ਕਰਨ ਨੂੰ ਸੀ। ਬਟ ਮਾਈ ਸੈਕਟਰੀ ਸੈਡ ਹੀ ਵਾਜ਼ ਇਨਸਿਸਟਿੰਗ ਹੀ ਵਾਂਟਡ ਟੂ ਮੀਟ ਓਨਲੀ ਮੀ। ਪਰ ਮੇਰੀ ਸੈਕਟਰੀ ਨੇ ਕਿਹਾ ਕਿ ਉਹ ਇਨਸਿਸਟ ਕਰ ਰਿਹਾ ਕਿ ਉਹ ਸਿਰਫ ਅਤੇ ਸਿਰਫ ਮੈਨੂੰ ਹੀ ਮਿਲਣਾ ਚਾਹੁੰਦਾ, ਐਂਡ ਦੈਟ ਹੀ ਵਾਜ਼ ਮਾਈ ਸਟੂਡੈਂਟ, ਔਰ ਉਹ ਮੇਰਾ ਸਟੂਡੈਂਟ ਹੈ। She knew how fond I was of all my students, so she had not been unable to say no to him. ਮੈਂ ਆਪਣੇ ਬੱਚਿਆਂ ਨੂੰ ਮਿਲਣ ਲਈ ਬਹੁਤ ਸ਼ੌਂਕ ਸੀ, ਮਤਲਬ ਮੈਨੂੰ ਆਪਣੇ ਬੱਚਿਆਂ ਨਾਲ ਮੈਂ ਬਹੁਤ ਪਿਆਰ ਕਰਦੀ ਸੀ, ਸੋ ਮੈਂ ਮਨਾ ਨਹੀਂ ਕਰ ਸਕੀ। In that case, let him see me at 2 PM. ਤਾਂ ਓਕੇ, ਮੈਂ ਉਹਨੂੰ ਕਿਹਾ ਕਿ ਮੈਂ 2 ਵਜੇ ਉਹਨੂੰ ਮਿਲਾਂਗੀ। In the afternoon, a man of about 35 years, plump with a bald head and moderately dressed, was waiting for me in the office. ਦੁਪਹਿਰ ਦੇ ਟਾਈਮ ਮੈਂ ਦੇਖਿਆ 35 ਕੁ ਸਾਲ ਦਾ ਇੱਕ ਆਦਮੀ ਸੀ, ਪਲੰਪ ਸੀ, ਥੋੜ੍ਹਾ ਸਿਰ ਉਹਦਾ ਬਾਲਡ ਸੀ, ਗੰਜਾ ਸੀ, ਮੋਡਰੇਟਲੀ ਡਰੈਸ, ਠੀਕ ਠਾਕ ਜੀ ਉਹਨੇ ਡਰੈਸ ਪਾਈ ਹੋਈ ਸੀ ਔਰ ਆਫਿਸ 'ਚ ਮੇਰੇ ਲਈ ਵੇਟ ਕਰ ਰਿਹਾ ਸੀ। ਇਨ ਹਿਜ਼ ਹੈਂਡ ਵਾਜ਼ ਦ CD ਵਿਦ ਦ ਸੋਫਟਵੇਅਰ। ਉਹਦੇ ਹੱਥ ਦੇ ਵਿੱਚ ਇੱਕ CD ਸੀ ਸੋਫਟਵੇਅਰ ਦੇ ਨਾਲ।
I could not place him, though he seemed familiar. ਮੈਨੂੰ ਪਹਿਚਾਣ ਨਹੀਂ ਪਾਈ ਪਰ ਉਹ ਲੱਗ ਰਿਹਾ ਸੀ ਕਿ ਕਿਤੇ ਦੇਖਿਆ ਦੇਖਿਆ ਲੱਗਦਾ ਹੈ। He smiled at me and said, Madam, can you recognize me? ਉਹਨੇ ਮੈਨੂੰ ਸਮਾਈਲ ਕੀਤਾ ਔਰ ਪੁੱਛਿਆ ਕਿ ਮੈਮ ਕੀ ਤੁਸੀਂ ਮੈਨੂੰ ਪਹਿਚਾਣ ਲਿਆ? ਯੂ ਮੇ ਨਾਟ, ਸ਼ਾਇਦ ਤੁਸੀਂ ਨਹੀਂ ਪਹਿਚਾਨਿਆ ਹੋਊਗਾ, ਬਿਕੋਜ਼ ਹਾਊ ਕੈਨ ਯੂ ਰਿਮੈਂਬਰ ਆਲ ਯੂਰ ਸਟੂਡੈਂਟਸ, ਤੁਸੀਂ ਆਪਣੇ ਸਾਰੇ ਸਟੂਡੈਂਟਸ ਨੂੰ ਕਿਵੇਂ ਯਾਦ ਰੱਖ ਸਕਦੇ ਹੋ? ਫਰੋਮ ਅ ਵਿੰਡੋ ਯੂ ਕੈਨ ਸੀ ਦ ਆਊਟਸਾਈਡ ਵਰਲਡ, ਬਟ ਫਰੋਮ ਦ ਆਊਟਸਾਈਡ ਯੂ ਕੈਨ ਨਾਟ ਸੀ ਆਲ ਦੈਟ ਇਜ਼ ਇਨਸਾਈਡ। ਸੁਧਾ ਮੂਰਤੀ ਜਦੋਂ ਬੱਚਿਆਂ ਨੂੰ ਪੜ੍ਹਾਉਂਦੇ ਸੀ ਤਾਂ ਅਕਸਰ ਇਹ ਫਰੇਜ਼ ਬੋਲਦੇ ਸੀ ਕਿ ਤੁਸੀਂ ਇੱਕ ਵਿੰਡੋ ਦੇ ਵਿੱਚੋਂ ਬਾਹਰ ਪੂਰਾ ਵਰਲਡ ਦੇਖ ਸਕਦੇ ਹੋ, ਪਰ ਬਾਹਰੋਂ ਤੁਸੀਂ ਅੰਦਰ ਨਹੀਂ ਦੇਖ ਸਕਦੇ। I like this analogy and was sure he was my student। ਮੈਨੂੰ ਸ਼ੋਰ ਹੋ ਗਿਆ ਕਿ ਮੇਰਾ ਕੋਈ ਸਟੂਡੈਂਟ ਹੀ ਹੈ, ਕਿਉਂਕਿ ਮੈਂ ਅਕਸਰ ਇਹ ਫਰੇਜ਼ ਆਪਣੀ ਕਲਾਸ 'ਚ ਬੋਲਦੀ ਸੀ। ਸਟਿਲ I couldn't guess who he was। ਪਰ ਮੈਂ ਫਿਰ ਵੀ ਗੈਸ ਨਹੀਂ ਕਰ ਪਾਈ ਕਿ ਉਹ ਕੌਣ ਸੀ। ਮੈਡਮ I was perpetual or late comer of your class। ਕਿ ਮੈਂ ਤੁਹਾਡੀ ਕਲਾਸ ਦਾ ਇੱਕ ਲੇਟ ਕਮਰ ਬੱਚਾ ਸੀ। That's when the coin dropped। ਤਦੋਂ ਹੀ ਮੈਨੂੰ ਯਾਦ ਆ ਗਿਆ, ਹਾਈ ਹਸਨ, ਹਾਊ ਆਰ ਯੂ? ਇਟਸ ਬੀਨ ਅ ਲੌਂਗ ਟਾਈਮ ਸਿੰਸ ਆਈ ਲਾਸਟ ਮੈਟ ਯੂ। ਆਈ ਵਾਜ਼ ਵੈਰੀ ਹੈਪੀ ਟੂ ਸੀ ਹਿਮ। ਮੈਡਮ ਆਈ ਐਮ ਫਾਈਨ ਐਂਡ ਰਿਮੈਂਬਰ ਮੈਨੀ ਆਫ ਯੋਰ ਲੈਸਨਸ। ਮੈਡਮ ਮੈਂ ਠੀਕ ਹਾਂ ਔਰ ਮੈਨੂੰ ਤੁਹਾਡੇ ਬਹੁਤ ਲੈਸਨਸ ਯਾਦ ਹੈ। ਇਜ਼ ਇਟ ਡਾਟਾਬੇਸ ਮੈਨੇਜਮੈਂਟ ਔਰ ਸੀ ਔਰ ਪਾਸਕਲ? ਡਾਟਾਬੇਸ ਮੈਨੇਜਮੈਂਟ, ਸੀ ਔਰ ਪਾਸਕਲ ਇਹ ਸਭ ਕੰਪਿਊਟਰ ਸਾਇੰਸ ਨਾਲ ਰਿਲੇਟਡ ਵਰਡਸ ਨੇ, ਟਰਮਸ ਨੇ, ਕੁਛ ਲੈਂਗੁਏਜਸ ਨੇ। ਔਰ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੀ ਯਾਦ ਹੈ, ਡਾਟਾਬੇਸ ਮੈਨੇਜਮੈਂਟ ਯਾਦ ਹੈ, ਸੀ ਕਿ ਪਾਸਕਲ, ਇਹਨਾਂ 'ਚੋਂ ਕੀ ਯਾਦ ਹੈ? ਤਾਂ ਨਨ ਆਫ ਦ ਸੋਫਟਵੇਅਰ ਮੈਡਮ, ਆਈ ਰਿਮੈਂਬਰ ਦ ਮੋਰਲ ਲੈਸਨਸ। ਮੈਨੂੰ ਇੱਦਾਂ ਦਾ ਕੁਛ ਨਹੀਂ ਯਾਦ, ਮੈਨੂੰ ਤਾਂ ਤੁਹਾਡੇ ਮੋਰਲ ਲੈਸਨਸ ਯਾਦ ਨੇ। ਆਈ ਡਿਡੰਟ ਨੋ ਵਟ ਦ ਮੋਰਲ ਲੈਸਨਸ ਆਈ ਹੈਡ ਟੌਟ। ਮੈਨੂੰ ਨਹੀਂ ਪਤਾ ਕਿ ਮੈਂ ਬੱਚਿਆਂ ਨੂੰ ਕੀ ਮੋਰਲ ਲੈਸਨ ਸਿਖਾਏ, ਬਟ ਹਾਂ ਮੈਂ ਕੁਛ ਥੋ ਆਈ ਡੂ ਟੈਲ ਸਮ ਸਟੋਰੀਜ਼ ਡਿਊਰਿੰਗ ਮਾਈ ਲੈਕਚਰਸ ਔਨ ਕੰਪਿਊਟਰ ਸੋਫਟਵੇਅਰ। ਪਰ ਜਦੋਂ ਵੀ ਮੈਂ ਕੋਈ ਕੰਪਿਊਟਰ ਸੋਫਟਵੇਅਰ 'ਤੇ ਲੈਕਚਰਸ ਦੇ ਰਹੀ ਹੁੰਦੀ ਸੀ ਤਾਂ ਮੈਂ ਕੁਛ ਸਟੋਰੀਜ਼ ਸੁਣਾ ਦਿੰਦੀ ਸੀ। ਹਸਨਸ, ਵਟ ਆਰ ਯੂ ਡੂਇੰਗ ਨਾਓ? ਹਸਨ, ਹੁਣ ਤੂੰ ਕੀ ਕਰ ਰਿਹਾ ਹੈ? ਨਾਓ ਹਿਜ਼ ਫੇਸ ਬਿਕੇਮ ਅ ਲਿਟਲ ਪੇਲ। ਹੁਣ ਉਹਦਾ ਫੇਸ ਜੋ ਹੈ ਥੋੜ੍ਹਾ ਡਾਊਨ ਹੋ ਗਿਆ, ਥੋੜ੍ਹਾ ਪੀਲਾ ਪੈ ਗਿਆ। ਮੈਡਮ ਆਈ ਐਮ ਸੈਲਿੰਗ ਦਿਸ ਸੋਫਟਵੇਅਰ ਵਿਚ ਇਜ਼ ਯੂਜ਼ਫੁਲ ਇਨ ਟੀਚਿੰਗ ਮੈਥਸ, ਫਿਜ਼ਿਕਸ ਐਂਡ ਕੈਮਿਸਟਰੀ। ਮੈਂ ਸੋਫਟਵੇਅਰ ਵੇਚ ਰਿਹਾ ਜੋ ਕਿ ਮੈਥ, ਫਿਜ਼ਿਕਸ ਅਤੇ ਕੈਮਿਸਟਰੀ ਪੜ੍ਹਾਉਣ 'ਚ ਕਾਫੀ ਯੂਜ਼ਫੁਲ ਹੋਊਗਾ। ਇਟ ਇਜ਼ ਆਫ ਹੈਲਪ ਟੂ ਬੋਥ ਟੀਚਰਸ ਐਂਡ ਸਟੂਡੈਂਟਸ। ਇਹ ਟੀਚਰ ਅਤੇ ਸਟੂਡੈਂਟ ਦੋਨਾਂ ਦੀ ਹੈਲਪ ਕਰੂਗਾ। I know your foundation helps a lot in education at the high school level। I thought it may be of some interest to you। ਮੈਂ ਜਾਣਦਾ ਕਿ ਜੋ ਤੁਹਾਡੀ ਫਾਊਂਡੇਸ਼ਨ ਹੈ ਇਹ ਐਜੂਕੇਸ਼ਨ ਦੇ ਵਿੱਚ ਕਾਫੀ ਹੈਲਪ ਕਰਦੀ ਹੈ, ਤਾਂ ਇਹ ਤੁਹਾਡੇ ਇੰਟਰਸਟ ਦਾ ਹੋ ਸਕਦਾ ਹੈ। Hassan, what did you do for so many years? I knew all his classmates by this time were in very high positions in the software industry। Hassan, being a bright student, should have definitely done well। Yet, on the contrary, he seemed to be doing a small job of selling high school software door to door। ਇਹਦੇ ਵਿੱਚੋਂ ਦੱਸ ਰਹੀ ਹੈ ਕਿ ਮੈਂ ਉਹਦੇ ਨਾਲ ਵਾਲੇ ਜੋ ਬੱਚੇ ਉਹ ਸਾਰੇ ਹਾਈ ਪੋਜੀਸ਼ਨਸ 'ਤੇ ਹੈ। ਔਰ ਹਸਨ ਵੀ ਬੀਇੰਗ ਅ ਬਰਾਈਟ ਸਟੂਡੈਂਟ, ਇੱਕ ਅੱਛਾ ਸਟੂਡੈਂਟ ਹੋਣ ਕਰਕੇ ਕੁਛ ਅੱਛਾ ਹੀ ਕੀਤਾ ਹੋਊਗਾ। ਮੈਂ ਇਹ ਸੋਚਦੀ ਸੀ ਕਿ ਉਹ ਕੁਛ ਕਿਸੇ ਅੱਛੀ ਜਗ੍ਹਾ 'ਤੇ ਹੋਊਗਾ, ਪਰ ਉਹ ਤਾਂ ਕੀ ਹੈ, ਇੱਕ ਤਰ੍ਹਾਂ ਨਾਲ ਇੱਕ ਸੇਲਸਮੈਨ ਬਣਿਆ ਹੋਇਆ, ਡੋਰ ਟੂ ਡੋਰ ਜਾ ਕੇ ਸੋਫਟਵੇਅਰ ਵੇਚ ਰਿਹਾ। ਮੈਡਮ, ਯੂ ਨੋ ਆਈ ਵਾਜ਼ ਵੈਰੀ ਇਰੈਗੂਲਰ ਇਨ ਕਾਲਜ। ਇੱਥੇ ਹੁਣ ਇਸ ਸਟੈਂਜਾ ਦੇ ਵਿੱਚੋਂ ਆਪਣੀ ਸਾਰੀ ਸਟੋਰੀ ਰਿਗਰੈਟ ਫੀਲ ਕਰਦਾ ਅਤੇ ਦੱਸਦਾ ਕਿ ਮੈਂ ਇਰੈਗੂਲਰ ਸੀ, ਇਸ ਕਰਕੇ ਮੈਂ ਅੱਜ ਇਸ ਪੋਜੀਸ਼ਨ 'ਤੇ ਹਾਂ। ਸੋ ਇਹਨੂੰ ਰੀਡ ਕਰਦੇ ਹਾਂ। Madam, you know I was very irregular in college। The same habit continued even after my graduation। I would get up late and was very lazy। My mother would lose her temper and peace of mind। I did not bother। ਮਤਲਬ ਮੈਂ ਸ਼ੁਰੂ ਤੋਂ ਹੀ ਕਾਲਜ ਦੇ ਵਿੱਚ ਇਰੈਗੂਲਰ ਸੀ। ਮੇਰੀ ਸੇਮ ਹੈਬਿਟ ਹੀ ਗ੍ਰੈਜੂਏਸ਼ਨ ਦੇ ਵਿੱਚ ਵੀ ਕੰਟੀਨਿਊ ਰਹੀ। ਮੈਂ ਹਮੇਸ਼ਾ ਲੇਟ ਉੱਠਦਾ ਸੀ, ਬਹੁਤ ਲੇਜ਼ੀ ਸੀ। ਮੇਰੇ ਮਦਰ ਮੈਨੂੰ ਗੁੱਸੇ ਵੀ ਹੁੰਦੇ ਸੀ, ਪਰ ਮੈਂ ਉਹਨਾਂ ਦੀ ਕਦੇ ਪਰਵਾਹ ਨਹੀਂ ਕਰਦਾ ਸੀ। ਆਫਟਰ ਅ ਲੋਟ ਪ੍ਰੈਸ਼ਰ ਫਰੋਮ ਮਾਈ ਪੇਰੈਂਟਸ ਆਈ ਟੁਕ ਅਪ ਅ ਜੋਬ। ਜਦੋਂ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਤਾਂ ਮੈਂ ਇੱਕ ਜੋਬ ਹੈ ਜਿਹੜੀ ਉਹ ਅਡੋਪਟ ਕਰ ਲਈ। ਬਟ ਆਈ ਕੰਟੀਨਿਊਡ ਵਿਦ ਦ ਸੇਮ ਹੈਬਿਟਸ ਆਫ ਗੋਇੰਗ ਲੇਟ ਟੂ ਆਫਿਸ। ਪਰ ਮੇਰੀ ਹੈਬਿਟ ਸੇਮ ਸੀ, ਆਫਿਸ ਦੇ ਵਿੱਚ ਵੀ ਮੈਂ ਲੇਟ ਜਾਂਦਾ ਸੀ। ਨਾਟ ਕੀਪਿੰਗ ਅਪੋਇੰਟਮੈਂਟਸ ਐਂਡ ਨਾਟ ਬੀਇੰਗ ਰਿਸਪੋਂਸੀਬਲ। ਮਤਲਬ ਪ੍ਰੋਪਰ ਅਪੋਇੰਟਮੈਂਟਸ ਨਹੀਂ ਦੇਖਦਾ ਸੀ ਔਰ ਨਾ ਹੀ ਮੈਂ ਆਪਣੀ ਕੋਈ ਰਿਸਪੋਂਸੀਬਿਲਿਟੀ ਨਿਭਾਉਂਦਾ ਸੀ। ਆਈ ਡਿਡ ਨਾਟ ਗਿਵ ਦ ਪ੍ਰੋਪਰ ਨੌਲੇਜ ਆਲਸੋ। ਇਨ
ਨੌਲੇਜ ਇਨ ਕਾਲਜ। ਅੱਛਾ, ਹੁਣ ਨੌਲੇਜ ਉਹਨੂੰ ਕਿਉਂ ਕਦੋਂ ਹੋਊਗੀ, ਕਿਉਂਕਿ ਉਹਨੇ ਕਦੇ ਕੋਈ ਲੈਕਚਰ ਤਾਂ ਪ੍ਰੋਪਰਲੀ ਲਗਾਇਆ ਨਹੀਂ ਸੀ, ਹੈ ਨਾ। ਤਾਂ ਫਿਰ ਇਨ ਕਾਲਜ ਆਈ ਹਾਰਡਲੀ ਸਟੱਡੀਡ। ਕਾਲਜ ਦੇ ਵਿੱਚ ਵੀ ਮੈਂ ਬਹੁਤ ਮੁਸ਼ਕਿਲ ਨਾਲ ਪੜ੍ਹਿਆ। ਗੈਟਿੰਗ ਅ ਫਸਟ ਕਲਾਸ ਇਨ ਦ ਐਗਜ਼ਾਮੀਨੇਸ਼ਨ ਇਜ਼ ਨਾਟ ਐਨ ਇੰਡੈਕਸ ਆਫ ਦ ਅਮਾਊਂਟ ਆਫ ਨੌਲੇਜ ਵਨ ਹੈਜ਼। ਇੱਕ ਕਲਾਸ ਨੂੰ ਲਗਾਉਣਾ ਮਤਲਬ ਤੁਸੀਂ ਨੌਲੇਜ ਤਾਂ ਨਹੀਂ ਗੇਨ ਕਰ ਸਕਦੇ ਨਾ ਇੱਕ ਕਲਾਸ ਦੇ ਵਿੱਚ। I would study just before the exams, guess the probable questions and skip the chapters. ਸਿਰਫ ਐਗਜ਼ਾਮ ਤੋਂ ਥੋੜ੍ਹੀ ਦੇਰ ਪਹਿਲਾਂ ਪੜ੍ਹਦਾ ਸੀ, ਗੈਸ ਕਰਦਾ ਸੀ ਕੁਐਸਚਨਸ ਨੂੰ, ਔਰ ਜੋ ਚੈਪਟਰਸ ਹੈ ਉਹ ਛੱਡ ਦਿੰਦਾ ਸੀ। ਆਈ ਆਲਵੇਜ਼ ਥੋਟ ਆਈ ਕੁਡ ਸਮ ਹਾਊ ਮੇਕ ਇਟ ਲੇਟਰ। ਸੋਚਦਾ ਸੀ ਕਿ ਕੋਈ ਨਹੀਂ ਬਾਅਦ ਵਿੱਚ ਪੜ੍ਹ ਲਾਂਗੇ, ਹੈ ਨਾ। ਬਟ without proper knowledge it's difficult to work. I always laughed at those people who were hard workers. I used to make fun of them and call them nerds. ਉਹਨਾਂ ਨੂੰ nerds ਬੋਲਦਾ ਸੀ। Today those nerds have become millionaires. Nerds means boring, ਮਤਲਬ ਕਹਿੰਦਾ ਸੀ ਕਿ ਤੁਸੀਂ ਬੜੇ boring ਹੋ ਜੋ ਪੜ੍ਹਦੇ ਰਹਿੰਦੇ ਹੋ ਹਰ ਟਾਈਮ। ਤਾਂ ਉਹੀ boring persons ਨੇ ਜੋ ਉਹ ਅੱਜ millionaires ਬਣ ਗਏ। Nobody liked me in my office because of my behavior. Office ਦੇ ਵਿੱਚ ਕੋਈ ਮੈਨੂੰ ਪਸੰਦ ਨਹੀਂ ਕਰਦਾ। No employer would keep such an employee. ਕੋਈ ਵੀ employer ਨਹੀਂ ਚਾਹੂਗਾ ਕਿ ਮੇਰੇ ਵਰਗਾ employee ਹੋਵੇ। And I lost whatever job I took up. ਔਰ ਜੋ ਵੀ ਜੋਬ ਮੈਨੂੰ ਮਿਲਦੀ ਸੀ ਉਹ ਮੇਰੇ ਹੱਥੋਂ ਚਲੀ ਜਾਂਦੀ ਸੀ। In my frustration I started calling at office as well as at home. ਤਾਂ ਫਰਸਟ੍ਰੇਸ਼ਨ ਕਰਕੇ ਮੈਂ ਘਰੇ ਲੜਨਾ ਸ਼ੁਰੂ ਕਰਤਾ, ਆਫਿਸ ਦੇ ਵਿੱਚ ਲੜਨਾ ਸ਼ੁਰੂ ਕਰਤਾ। ਫਾਈਨਲੀ ਮਾਈ ਫਾਦਰ ਗॉट ਸੋ ਫੈਡ ਅਪ ਦੈਟ ਹੀ ਟੋਲਡ ਮੀ ਟੂ ਸਟੇ ਸੈਪਰੇਟਲੀ। ਮੇਰੇ ਫਾਦਰ ਨੇ ਮੈਨੂੰ ਕਿਹਾ ਕਿ ਤੂੰ ਅਲੱਗ ਰਹਿ, ਮਤਲਬ ਇਨ ਸ਼ੋਰਟ ਉਹਨਾਂ ਨੇ ਉਹਨੂੰ ਘਰੋਂ ਕੱਢਤਾ। ਹੀ ਆਲਵੇਜ਼ ਗੇਵ ਮੀ ਅ ਲੋਟ ਆਫ ਫਰੀਡਮ ਬਟ ਆਈ ਨੈਵਰ ਪਿਕਡ ਅਪ ਮਾਈ ਓਨ ਗੁੱਡ ਹੈਬਿਟਸ। ਉਹਨਾਂ ਨੇ ਹਮੇਸ਼ਾ ਮੈਨੂੰ ਫੁੱਲ ਫਰੀਡਮ ਦਿੱਤੀ ਹੈ, ਪਰ ਮੈਂ ਕਦੇ ਵੀ ਆਪਣੀਆਂ ਅੱਛੀਆਂ ਹੈਬਿਟਸ ਨੂੰ ਜੋ ਹੈ ਓਨ ਨਹੀਂ ਕਰ ਪਾਇਆ। ਮਾਈ ਸਟੇਟ ਟੂਡੇ ਇਜ਼ ਦਾ ਰਿਜ਼ਲਟ ਆਫ ਮਾਈ ਓਨ ਹੈਬਿਟਸ। ਅੱਜ ਮੈਂ ਜੋ ਹਾਂ ਮੈਂ ਆਪਣੀਆਂ ਆਦਤਾਂ ਕਰਕੇ ਹਾਂ। ਆਈ ਫੈਲਟ ਸੋਰੀ ਫॉर ਹਸਨ। ਮੈਨੂੰ ਹਸਨ ਲਈ ਜੋ ਉਹਨੇ ਸਟੋਰੀ ਸੁਣਾਈ, ਸੁਧਾ ਮੂਰਤੀ ਜੀ ਕਹਿ ਰਿਹਾ ਕਿ ਮੈਨੂੰ ਦੁੱਖ ਹੋਇਆ। ਹੂ ਵਿਦ ਆਲ ਹਿਜ਼ ਇੰਟੈਲੀਜੈਂਸ ਐਂਡ ਅ ਗੁੱਡ ਨੇਚਰ ਕੁਡ ਨਾਟ ਮੇਕ ਇਟ। ਹਸਨ, ਯੂ ਨਿਊ ਯੋਰ ਫਾਲਟਸ. You could have improved and made a better life for yourself. There is always a start at any age. ਫਿਰ ਵੀ ਉਹਨਾਂ ਨੇ ਹੁਣ ਸੁਧਾ ਮੂਰਤੀ ਐਜ਼ ਬਿੰਗ ਟੀਚਰ ਉਹਨਾਂ ਨੇ ਫਿਰ ਉਹਨੂੰ ਹੌਸਲਾ ਦਿੱਤਾ ਔਰ ਇਹ ਕਿਹਾ ਕਿ ਕੋਈ ਗੱਲ ਨਹੀਂ, ਤੂੰ ਹੁਣ ਵੀ ਆਪਣੇ ਆਪ ਨੂੰ ਇੰਪਰੂਵ ਕਰ ਸਕਦਾ ਹੈ, ਆਪਣੀ ਲਾਈਫ ਨੂੰ ਬੈਟਰ ਬਣਾ ਸਕਦਾ ਹੈ। ਦੇਅਰ ਇਜ਼ ਆਲਵੇਜ਼ ਅ ਸਟਾਰਟ ਐਟ ਐਨੀ ਏਜ। ਹਰੇਕ ਏਜ 'ਤੇ ਤੁਸੀਂ ਕੋਈ ਨਾ ਕੋਈ ਸਟਾਰਟ ਕਰ ਸਕਦੇ ਹੋ, ਮਤਲਬ ਕਿਸੇ ਵੀ ਏਜ ਤੋਂ ਤੁਸੀਂ ਸਟਾਰਟ ਕਰ ਸਕਦੇ ਹੋ। ਡੋਂਟ ਗੈਟ ਡਿਸਅਪੋਇੰਟਡ। ਡਿਸਅਪੋਇੰਟ ਨਾ ਹੋਵੋ। ਯੂ ਮੇ ਹੈਵ ਲੋਸਟ ਅ ਬੈਟਲ ਬਟ ਯੂ ਕੈਨ ਸਟਿਲ ਵਿਨ ਦ ਵਾਰ। ਠੀਕ ਹੈ, ਤੁਸੀਂ ਇੱਕ ਬੈਟਲ ਹੈ ਜੋ ਉਹ ਹਾਰ ਗਏ, ਪਰ ਤੁਸੀਂ ਅਜੇ ਵੀ ਜਿਹੜਾ ਯੁੱਧ ਹੈ ਉਹ ਜਿੱਤ ਸਕਦੇ ਹੋ। ਮੈਡਮ ਓਲਡ ਹੈਬਿਟਸ ਡਾਈ ਹਾਰਡ। ਉਹ ਕਹਿੰਦਾ ਜੋ ਪੁਰਾਣੀਆਂ ਆਦਤਾਂ ਨੇ ਬਹੁਤ ਮੁਸ਼ਕਿਲ ਨਾਲ ਜਾਂਦੀਆਂ। ਬਟ ਹਸਨ, ਇਟਸ ਪੋਸੀਬਲ ਟੂ ਚੇਂਜ ਯੋਰ ਹੈਬਿਟਸ। ਦੇਅਰ ਇਜ਼ ਨਥਿੰਗ ਵਿਚ ਇਜ਼ ਇੰਪੋਸੀਬਲ। ਯੂ ਓਨਲੀ ਰਿਕੁਆਇਰ ਵਿਲ ਪਾਵਰ। ਜੇ ਤੁਹਾਡੇ ਅੰਦਰ ਵਿਲ ਪਾਵਰ ਹੈ ਤਾਂ ਕੁਛ ਵੀ ਇੰਪੋਸੀਬਲ ਨਹੀਂ ਹੈ। ਯੂ ਆਰ ਯੂਅਰ ਸੈਲਫ ਨਾਟ ਅਵੇਅਰ ਆਫ ਆਲ ਯੋਰ ਪੋਟੈਂਸ਼ੀਅਲ। ਤੁਹਾਨੂੰ ਖੁਦ ਦੇ ਪੋਟੈਂਸ਼ੀਅਲ ਬਾਰੇ ਅਜੇ ਤੁਸੀਂ ਅਵੇਅਰ ਨਹੀਂ ਹੋ, ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਕੁਛ ਵੀ ਕਰ ਸਕਦੇ ਹੋ। ਪਲੀਜ਼ ਰਿਮੈਂਬਰ ਵੈਨ ਐਲਡਰਸ ਸੇ ਸਮਥਿੰਗ ਦੈਟ ਡੂ ਸੋ ਬਿਕੋਜ਼ ਦੇ ਵਾਂਟ ਟੂ ਡੂ ਲੀਡ ਅ ਬੈਟਰ ਲਾਈਫ ਦੈਨ ਦੈਮ। ਫਿਰ ਉਹਨੇ ਸਮਝਾਇਆ ਕਿ ਵੱਡੇ ਜਦੋਂ ਤੁਹਾਨੂੰ ਕੁਝ ਕਹਿੰਦੇ ਹੈ, ਤੁਹਾਡੇ ਪੇਰੈਂਟਸ ਤੁਹਾਨੂੰ ਕੁਝ ਕਹਿੰਦੇ ਆ, ਉਹ ਇਸ ਲਈ ਕਹਿੰਦੇ ਆ ਤਾਂ ਕਿ ਤੁਸੀਂ ਉਹਨਾਂ ਤੋਂ ਜ਼ਿਆਦਾ ਅੱਛੀ ਲਾਈਫ ਹੈ ਜਿਹੜੀ ਉਹ ਬਤੀਤ ਕਰ ਸਕੋ। ਐਕਸੀਲੈਂਸ ਡਜ਼ ਨਾਟ ਕਮ ਬਾਈ ਐਕਸੀਡੈਂਟ ਬਟ ਬਾਈ ਪ੍ਰੈਕਟਿਸ। ਹੁਣ ਜੇ ਅਸੀਂ ਨੌਲੇਜ ਦੀ ਗੱਲ ਕਰੀਏ ਆਫਿਸ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੀ ਪਰਪੱਕਤਾ, ਕਿ ਤੁਹਾਨੂੰ ਕੋਈ ਕੰਮ ਬਹੁਤ ਅੱਛੀ ਤਰ੍ਹਾਂ ਐਕਸਲੈਂਟ ਵਰਕ ਹੈ ਜੋ ਉਹ ਐਵੇਂ ਨਹੀਂ ਆ ਜਾਂਦਾ ਕਿ ਹਾਂਜੀ ਅੱਜ ਅਸੀਂ ਕੁਝ ਪੜ੍ਹ ਲਾਂਗੇ ਅਤੇ ਅਸੀਂ ਐਕਸਪਰਟ ਹੋ ਜਾਵਾਂਗੇ। ਇਟ ਕਮਸ ਵਿਦ ਪ੍ਰੈਕਟਿਸ। ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ। ਆਈ ਕੁਡ ਸੀ ਅ ਟਵਿੰਕਲ ਇਨ ਹਿਜ਼ ਆਈਜ਼। ਹੁਣ ਮੈਨੂੰ ਉਹਦੀਆਂ ਅੱਖਾਂ 'ਚ ਚਮਕ ਦਿਖੀ। ਆਈ ਥੋਟ ਆਈ ਸਾਈ ਗਲਿੰਪਸ ਆਫ ਦ ਯੰਗ ਬ੍ਰਾਈਟ ਹਸਨ। ਹੁਣ ਮੈਨੂੰ ਉਹਦੇ ਵਿੱਚ ਇੱਕ ਪੁਰਾਣਾ ਜੋ ਹਸਨ ਹੈ ਉਹ ਦਿਖਿਆ। ਆਈ ਵਿਲ ਟਰਾਈ ਮਾਈ ਬੈਸਟ ਮੈਡਮ, ਹੀ ਪ੍ਰੋਮਿਸਡ। ਉਹਨੇ ਮੈਨੂੰ ਕਿਹਾ ਕਿ ਮੈਂ ਹੁਣ ਆਈ ਵਿਲ ਟਰਾਈ ਮਾਈ ਬੈਸਟ, ਕਿ ਮੈਂ ਕੋਸ਼ਿਸ਼ ਕਰੂੰਗਾ। ਫਿਰ ਉਹ ਜਾਣ ਲਈ ਉੱਠ ਗਿਆ। ਆਈ ਹੈਵ ਨਾਟ ਮੈਟ ਹਸਨ ਸਿੰਸ ਦੈਟ ਡੇ। ਹੁਣ ਉਸ ਦਿਨ ਤੋਂ ਬਾਅਦ ਮੈਂ ਹਸਨ ਨੂੰ ਤਾਂ ਮਿਲੀ ਨਹੀਂ, ਪਰ ਮੈਨੂੰ ਆਈ ਹੋਪ ਟੂ ਬੰਪ ਇਨਟੂ ਹਿਮ ਅਨਐਕਸਪੈਕਟਡਲੀ ਵੰਸ ਅਗੇਨ ਐਂਡ ਦਿਸ ਟਾਈਮ ਫਾਈਂਡ ਹਿਮ ਹੈਪੀ ਐਂਡ ਸਕਸੈਸਫੁਲ। ਹੁਣ ਮੈਂ ਉਹਦੀਆਂ ਅੱਖਾਂ ਦੇ ਵਿੱਚ ਇੱਕ ਚਮਕ ਦੇਖੀ ਔਰ ਮੈਨੂੰ ਇੱਕ ਉਮੀਦ ਜਾਗੀ ਕਿ ਉਹ ਕੁਛ ਕਰੇਗਾ, ਹੈਪੀ ਹੋਏਗਾ, ਖੁਸ਼ ਹੋਏਗਾ ਅਤੇ ਇੱਕ ਸਕਸੈਸਫੁਲ ਲਾਈਫ ਜਿਹੜੀ ਹੈ ਉਹਨੂੰ ਉਹ ਮਿਲੀ ਹੋਊਗੀ। ਮਤਲਬ ਮੈਂ ਸਿਰਫ ਇਹ ਸੋਚ ਸਕਦੀ ਹਾਂ। ਦਿਸ ਵਾਜ਼ ਆਲ ਅਬਾਊਟ ਯੂਅਰ ਲੈਸਨ ਸਟੂਡੈਂਟਸ। ਸੋ ਇਸ ਤੋਂ ਬਾਅਦ ਆਪਾਂ ਇਹਦੇ ਚੈਪਟਰ ਦੇ ਜੋ ਕੁਐਸਚਨ ਆਨਸਰ ਹੈ ਉਹ ਨੈਕਸਟ ਵੀਡੀਓ 'ਚ ਕਰਾਂਗੇ। ਹੋਪ ਯੂ ਆਲ ਗੈਟ ਦ ਚੈਪਟਰ ਐਂਡ now I hope you will revise it.